A very good morning to all of you. Students, in today's lecture, we are going to discuss about the communication of offer and acceptance and revocation of offer and acceptance. So, we need to understand first of all the meaning of communication. So, the term communication, it is the process of sending or bringing any matter to the knowledge of the person to whom it is directed. Communication ਦਾ ਮੀਨਿੰਗ ਅਸੀਂ ਕਮਿਊਨੀਕੇਸ਼ਨ ਦਾ ਚੈਪਟਰ ਜਿਹੜਾ ਅਸੀਂ +1 +2 ਚ ਵੀ ਪੜ੍ਹ ਚੁੱਕੇ ਹਾਂ ਬਿਜ਼ਨਸ ਸਟੱਡੀਜ਼ ਵਿੱਚ। ਕਮਿਊਨੀਕੇਸ਼ਨ ਕੀ ਆ, ਇਟਸ ਅ ਟੂ ਵੇ ਪ੍ਰੋਸੈਸ ਜਿਹਦੇ ਥਰੂ ਕੀ ਆ ਅਸੀਂ ਆਪਣੇ ਮੈਸੇजेस ਜਿਹੜੇ ਆ ਉਹ ਦੂਜੇ ਪਰਸਨ ਦੇ ਨਾਲ ਆਈਡੀਆਜ਼ ਆਪਣੀ ਜੋ ਵੀ ਥਾਟਸ ਹੈਗੇ ਉਹ ਦੂਜੇ ਪਰਸਨ ਦੇ ਨਾਲ ਕੀ ਅਸੀਂ ਡਿਸਕਸ ਕਰਦੇ ਹਾਂ ਜਿਹਨੂੰ ਕਿ ਅਸੀਂ ਐਡਰੈਸ ਕਰਨਾ ਚਾਹੁੰਦੇ ਹਾਂ। ਸੋ ਇਟਸ ਅ ਪ੍ਰੋਸੈਸ ਆਫ ਸੈਂਡਿੰਗ ਐਂਡ ਬ੍ਰਿੰਗਿੰਗ ਟੂ ਦ ਨੋਟਿਸ ਬਾਈ ਦ ਵੇ ਆਫ ਲੈਟਰਸ, fax, telegraph or telephone or any other media that is suitable to the person. So communication ਦਾ ਮਤਲਬ ਜਿਹਦੇ ਵਿੱਚ ਕੀ ਅਸੀਂ ਆਈਡੀਆਜ਼ ਵਗੈਰਾ ਐਕਸਚੇਂਜ ਕਰ ਰਹੇ, ਇਟਸ ਅ ਟੂ ਵੇ ਪ੍ਰੋਸੈਸ, ਮਤਲਬ ਦੋ ਪਰਸਨਸ ਦਾ ਹੋਣਾ ਇਹਦੇ ਵਿੱਚ ਬਹੁਤ ਜ਼ਰੂਰੀ ਹੈ। ਕਲੀਅਰ? ਸੋ ਕਮਿਊਨੀਕੇਸ਼ਨ ਜਿਹੜਾ ਵਾ ਉਹ ਕੰਟਰੈਕਟ ਦੇ ਕੇਸ ਵਿੱਚ ਕੀ, ਬਿਕੋਜ਼ ਦੇ ਆਰ ਟੂ ਪਾਰਟੀਜ਼ ਔਰ ਦੇ ਆਰ ਮੋਰ ਦੈਨ ਟੂ ਪਾਰਟੀਜ਼ that are involved in the case of contract. So it is the important part of this. ਓਕੇ, ਸੋ ਵੈਨ ਦ ਕਮਿਊਨੀਕੇਸ਼ਨ ਇਜ਼ ਕੰਪਲੀਟ, ਅਗਰ ਅਸੀਂ ਆਫਰ ਦੀ ਗੱਲ ਕਰੀਏ, ਅਸੀਂ ਅਸੈਪਟੈਂਸ ਦੀ ਗੱਲ ਕਰੀਏ, ਠੀਕ ਹੈ, ਸਾਨੂੰ ਇਹ ਪਤਾ ਹੋਣਾ ਚਾਹੀਦਾ ਵਾ ਕਿ ਕਦੋਂ ਜਿਹੜੀ ਕਮਿਊਨੀਕੇਸ਼ਨ ਆਫ ਦ ਆਫਰ ਔਰ ਦ ਕਮਿਊਨੀਕੇਸ਼ਨ ਆਫ ਦ ਅਸੈਪਟੈਂਸ ਇਜ਼ ਕੰਪਲੀਟ। ਠੀਕ ਹੈ, ਕਦੋਂ ਜਿਹੜਾ ਵਾ ਉਹ ਆਫਰ ਜਿਹੜਾ ਵਾ ਸਾਡਾ ਕੰਪਲੀਟ ਮੰਨਿਆ ਜਾਏਗਾ, ਕਦੋਂ ਸਾਡੀ ਜਿਹੜੀ ਅਸੈਪਟੈਂਸ ਆ ਉਹਨੂੰ ਜਿਹੜੀ ਆ ਉਹ ਕੰਸੈਂਟ ਦਿੱਤੀ ਜਾਏਗੀ। ਸੋ ਇਨ ਦ ਕੇਸ ਆਫ ਆਫਰ, ਕਮਿਊਨੀਕੇਸ਼ਨ ਆਫ ਦ ਪ੍ਰਪੋਜ਼ਲ, ਠੀਕ ਹੈ ਬੱਚੇ, ਤੁਸੀਂ ਕਨਫਿਊਜ਼ ਨਹੀਂ ਹੋਣਾ, ਬਾਰ-ਬਾਰ ਮੈਂ ਜਿਹੜਾ ਵਾ ਤੁਹਾਨੂੰ ਰਿਪੀਟ ਕਰ ਰਹੀ ਹਾਂ ਕਿ ਪ੍ਰਪੋਜ਼ਲ ਅਤੇ ਆਫਰ ਜਿਹੜਾ ਵਾ ਉਹ ਸੇਮ ਉਹਦਾ ਮੀਨਿੰਗ ਹੁੰਦਾ ਵਾ। ਕਲੀਅਰ? ਸੋ ਵੈਨ ਦ ਕਮਿਊਨੀਕੇਸ਼ਨ ਦੇ ਕੇਸ ਵਿੱਚ ਕੀ ਆ, ਕਮਿਊਨੀਕੇਸ਼ਨ ਆਫ ਦ ਪ੍ਰਪੋਜ਼ਲ ਇਜ਼ ਕੰਪਲੀਟ ਵੈਨ ਇਟ ਕਮਸ ਟੂ ਦ ਨੌਲੇਜ ਆਫ ਦ ਪਰਸਨ ਟੂ whom it is made। ਠੀਕ ਹੈ, ਆਫਰ ਦੇ ਕੇਸ ਵਿੱਚ ਕੀ ਆ ਜਾਂ ਪ੍ਰਪੋਜ਼ਲ ਦੇ ਕੇਸ ਵਿੱਚ ਅਸੀਂ ਜਿਹੜਾ ਵਾ ਕਮਿਊਨੀਕੇਸ਼ਨ ਨੂੰ ਕਦੋਂ ਅਸੀਂ ਕੰਪਲੀਟ ਮੰਨਦੇ ਹਾਂ, ਜਦੋਂ ਕੀ ਆ ਉਹ ਦੂਜੇ ਪਰਸਨ ਜਿਹਨੂੰ ਉਹ ਪ੍ਰਪੋਜ਼ਲ ਦੇਣਾ ਵਾ ਜਾਂ ਜਿਹਨੂੰ ਆਫਰ ਦੇਣਾ ਵਾ, ਉਸ ਪਰਸਨ ਨੂੰ ਉਹ ਜਿਹੜਾ ਆਫਰ ਆ, ਉਹ ਜਿਹੜਾ ਪ੍ਰਪੋਜ਼ਲ ਆ, ਉਹ ਕਮਿਊਨੀਕੇਟ ਉਹਦੀ ਨੌਲੇਜ ਵਿੱਚ ਆ ਜਾਂਦਾ, ਉਹਨੂੰ ਕਮਿਊਨੀਕੇਟ ਕਰ ਦਿੱਤਾ ਜਾਂਦਾ ਹੈ। ਕਲੀਅਰ? ਲਾਈਕ ਅਗਰ ਦੋ ਪਾਰਟੀਜ਼ ਨੇ ਐਕਸ ਐਂਡ ਵਾਈ, ਠੀਕ ਆ, ਉਹਨਾਂ ਦੇ ਵਿੱਚ ਕੋਈ ਕੰਟਰੈਕਟ ਹੋਇਆ ਰਿਗਾਰਡਿੰਗ ਦ ਸੇਲ ਆਫ ਪ੍ਰੋਪਰਟੀ ਔਰ ਰਿਗਾਰਡਿੰਗ ਦ ਐਨੀ ਮਤਲਬ ਐਨੀਥਿੰਗ ਦੈਟ ਇਜ਼ ਆਫ ਮਟੀਰੀਅਲ ਇਨ ਨੇਚਰ। ਕਲੀਅਰ? ਸੋ ਅਗਰ ਇਹਨਾਂ ਦੋਨਾਂ ਵਿੱਚ ਇਹ ਕੰਟਰੈਕਟ ਹੋਇਆ ਹੈ, ਐਕਸ ਵੱਲੋਂ ਇਹ ਕਮਿਊਨੀਕੇਟ ਕੀਤਾ ਗਿਆ, ਐਕਸ ਵੱਲੋਂ ਪ੍ਰਪੋਜ਼ਲ ਦਿੱਤਾ ਗਿਆ, ਐਕਸ ਵੱਲੋਂ ਹੀ ਜਿਹੜਾ ਵਾ ਉਹ ਆਫਰ ਕੀਤਾ ਗਿਆ, ਇਟ ਮੀਨਸ ਐਕਸ ਜਦੋਂ ਕਮਿਊਨੀਕੇਟ ਕਰ ਲੇਗਾ ਵਾਈ ਦੇ ਨਾਲ, ਮਤਲਬ ਐਕਸ ਵੱਲੋਂ ਦਿੱਤਾ ਗਿਆ ਆਫਰ ਜਿਹੜਾ ਉਹ ਵਾਈ ਦੀ ਨੌਲੇਜ ਵਿੱਚ ਆ ਜਾਏਗਾ, ਉਸ ਕੇਸ ਵਿੱਚ ਅਸੀਂ ਮੰਨਾਂਗੇ ਕਿ ਆਫਰ ਜਿਹੜਾ ਕੰਪਲੀਟ ਹੋ ਗਿਆ, ਪ੍ਰਪੋਜ਼ਲ ਜਿਹੜਾ ਉਹ ਕੰਪਲੀਟ ਹੋ ਗਿਆ, ਬਿਕੋਜ਼ ਇਟ ਕਮਸ ਟੂ ਦ ਨੌਲੇਜ ਆਫ ਵਾਈ, ਅਤੇ ਵਾਈ ਨੂੰ ਹੀ ਕੀਤਾ ਗਿਆ ਸੀ। ਕਲੀਅਰ? ਲਾਈਕ ਐਗਜ਼ਾਮਪਲ ਉਹਨੇ ਦਿੱਤੀ ਆ, ਐਕਸ ਸੈਂਡਸ ਅ ਪ੍ਰਪੋਜ਼ਲ ਆਫ ਸੈਲਿੰਗ ਦਾ ਹਿਸ ਕਾਰ ਟੂ ਦ ਵਾਈ ਬਾਈ ਦ ਲੈਟਰ ਵਿਚ ਵਾਜ਼ ਰਿਸੀਵਡ ਬਾਈ ਵਾਈ ਔਨ 12/10/2014. The communication of offer is complete when it comes to the knowledge of Y. So X ने एक letter send की थी, एक proposal send किया Y नो कि that he wants to sell his car and he sent that offer by a letter and Y received that letter. It means that the offer come to the knowledge of Y on 12 October 2014. So the offer in this case is completed. The communication of the offer is completed when it comes to the knowledge of Y. It means 12th October 2014. The offer is complete. Clear? Next case is acceptance. Now acceptance ਜਿਹੜੀ ਹੈ, once the offer is complete, ਹੁਣ acceptance ਕਦੋਂ ਜਿਹੜੀ ਆ ਉਹ complete ਜਿਹੜੀ ਮੰਨੀ ਜਾਏਗੀ। ਸੋ ਅਗਰ ਜੀ ਅਸੈਪਟੈਂਸ ਦੀ ਅਸੀਂ ਗੱਲ ਕਰੀਏ ਕਿ ਅਸੈਪਟੈਂਸ ਕਦੋਂ ਜਿਹੜੀ ਹੈ ਮੰਨੀ ਜਾਏਗੀ, ਲਾਈਕ ਇਸ ਕੇਸ ਵਿੱਚ ਕੀ ਆ, ਫਸਟ ਜਿਹੜਾ ਐਗਜ਼ਾਮਪਲ ਦਿੱਤੀ ਹੈ ਉਹਦੇ ਵਿੱਚ ਵਾਈ ਵੱਲੋਂ ਜਿਹੜੀ ਆ ਲੈਟਰ ਰਿਸੀਵ ਕੀਤੀ ਗਈ ਆ 12/10। ਓਕੇ, ਅਗਰ 15 ਨੂੰ ਵਾਈ ਜਿਹੜਾ ਵਾ ਆਪਣੀ ਲੈਟਰ ਜਿਹੜੀ ਹੈ ਪਾ ਦਿੰਦਾ ਵਾ ਆਫ ਅਸੈਪਟੈਂਸ 3 ਡੇਜ਼ ਦੇ ਗੈਪ 'ਤੇ, ਠੀਕ ਹੈ, ਅਤੇ ਅਗਰ ਉਹ ਜਿਹੜੀ ਲੈਟਰ ਹੈ 18 ਅਕਤੂਬਰ ਨੂੰ ਜਿਹੜੀ ਆ ਉਹ ਵਾਈ ਐਕਸ ਵੱਲੋਂ ਰਿਸੀਵ ਕੀਤੀ ਜਾਂਦੀ ਹੈ, ਇਸ ਕੇਸ ਵਿੱਚ ਜਿਹੜੀ ਅਸੈਪਟੈਂਸ ਅਸੀਂ ਮੰਨਾਂਗੇ ਉਹ ਕਦੋਂ ਕੰਪਲੀਟ ਹੋ ਗਈ ਹੈ, 15 ਅਕਤੂਬਰ। ਵਾਈ 15 ਅਕਤੂਬਰ? ਇਟ ਇਜ਼ ਕਮਿਊਨੀਕੇਟਡ, ਇਟ ਇਜ਼ ਕੰਸੀਡਰ ਟੂ ਬੀ ਕਮਿਊਨੀਕੇਟਡ ਬਿਕੋਜ਼ ਜਿਹੜੀ ਲੈਟਰ ਸੀ
वो वाई के कंट्रोल दे विचों निकल चुकी है। वाई ने अपनी कंसेंट जी लिख दी है, वो लैटर डिस्पैच कर दी है, वो लैटर में जोड़ा वा वो डिस्पैच होने तो बाद वो कंट्रोल में नहीं है। सो उस केस में की असी मनांगे कि असैप्टेंस कदों कंप्लीट हुई है 15 अक्टूबर 2014। Clear? So acceptance is complete when it comes to the knowledge of the proposer, or in the instant case of acceptance as against Y is complete on 18 October 2014 when the letter of acceptance is received by X. Okay? अगर असी मनीए इहदा acceptance जिहड़ी आ ਉਹ ਇੱਕ ਤਾਂ ਮੰਨੀ ਗਈ ਜਦੋਂ ਡਿਸਪੈਚ ਉਹਨੇ ਲੈਟਰ ਡਿਸਪੈਚ ਕਰ ਦਿੱਤੀ। ਬਟ ਅਗਰ ਕਿਸੇ ਕੋਈ ਰੇਅਰ ਕੇਸ ਵਿੱਚ ਅਸੀਂ ਇਹਨੂੰ ਹੋਰ ਇਸ ਕੇਸ ਨੂੰ ਜਿਹੜਾ ਵਾ ਅਗਰ ਡਿਟੇਲ ਤਰੀਕੇ ਨਾਲ ਦੇਖਣਾ ਹੋਵੇ ਤਾਂ ਅਸੈਪਟੈਂਸ ਉਦੋਂ ਮੰਨੀ ਜਾਏਗੀ ਵੈਨ ਇਟ ਐਕਚੁਅਲੀ ਕਮਸ ਟੂ ਦਾ ਨੌਲੇਜ ਆਫ ਐਕਸ ਆਲਸੋ, ਜਿਹੜੀ ਕਿ ਕਦੋਂ ਉਹਨੇ ਰਿਸੀਵ ਕੀਤੀ ਆ 18 ਅਕਤੂਬਰ 2014। ਕਲੀਅਰ? लाइक एग्जाम्पल भी उन्होंने दी है। सपोज इन द अबव एग्जाम्पल प्रीवियस एग्जाम्पल जी वाई एक्सेप्ट द प्रपोजल बाय सेंड द लेटर बाय पोस्ट ऑन 15 October 2014 which is received by X on 18 October 2014। in the instant case the communication of the acceptance as against X is complete। instant case which अगर असी देखना हो कि instantly जो acceptance कदों मिली उदों X is complete as soon as the Y dispatches the letter to be out of his control, so the communication of the acceptance is complete as against on 15 October 2014। clear? ये बच्चे हुण असी डिस्कस किया ऑफर के केस में कदों कम्युनिकेशन मनिया जाएगा तो एक्सेप्टेंस के केस में जो कदों मनिया जाएगा कि कम्युनिकेशन जी कंप्लीट हो चुकी है। सो आफ्टर डिस्कसिंग द कम्युनिकेशन ऑफ ऑफर एंड एक्सेप्टेंस, नैक्सट पॉइंट इज़ रेवोकेशन। रेवोकेशन बहुत इंपॉर्टेंट है। रेवोकेशन असीं कहते हैं कि कदों ऑफर या एक्सेप्टेंस जोड़ा वा उन्होंने असीं रद्द कर सकते हैं। ठीक है? रेवोकेशन मीनस टेकिंग बैक। रेवोकेशन कैन बी ऑफ बोथ ऑफर एंड प्रपोजल एज वेल एज एक्सेप्टेंस। ठीक है? असीं ऑफर तो एक्सेप्टेंस दोनों का रेवोकेशन जोड़ा वा अगर असीं विद इन द टाइम असीं ये देखना वा कि रेवोकेशन असीं बेसिकली ये देखना है कि रेवोकेशन कदों तक जोड़ा वा वैलिड मनिया जाएगा। क्लियर? मतलब किस टाइम तक जोड़ा ऑफर नू रेवोकेट किया जा सकता है तो किस टाइम तक जोड़ा वा वो प्रपोजल नू जोड़ा वा रेवोकेट किया जा सकता है। सो एग्जाम्पल के थ्रू ही असी करते हैं। एग्जाम्पल ही असी इसी एग्जाम्पल जी प्रीवियस एग्जाम्पल है उन्होंने ही असी अगे फर्दर मूव करते हैं। सपोज इन द प्रीवियस एग्जाम्पल इफ X डिसाइड्स टू रिवोक हिज प्रपोजल एंड सेंड एन ऑर्डनरी लेटर टू Y ऑन 15 October 2014। एक्स वालों कम्युनिकेट किया गया ऑफर दिता गया 12 अक्टूबर। ओके 12 अक्टूबर नू एक्स वालों 14 नू जिहड़ा है वो रेवोकेशन वाली लेटर पा दी गई। वाई वालों ऑफर दी लेटर जिहड़ी है वो रिसीव की गई 15 नू। इट मीनस जदों एक्स ने 14 नू जिहड़ी आ ऑफर दी रेवोकेशन दी लेटर पाई तद तक वाई वालों जिहड़ी है वो ऑफर दी लेटर जिहड़ी कि 12 नू डिस्पैच की गई सी वो रिसीव नहीं की गई सी। इट मीनस ऑफर एक्स वालों कदों रेवोकेट हो गया जदों उन्हें रेवोकेशन दी लेटर जिहड़ी आ 14 अक्टूबर नू जिहड़ी है डिस्पैच कर दी। क्लियर? नैक्सट ये हो गया ऑफर के केस में। इट मीनस ऑफर कदों रेवोकेट होया जदों एक्स वालों जिहड़ा वा वो ऑफर लेटर जिहड़ी है डिस्पैच कर दी। बट वो कदों कि तो पहलों होनी चाहिए जदों तक जिहड़ा वाई ने जिहड़ा वा वो प्रीवियस जिहड़ी ऑफर की फर्स्ट लेटर से उन्होंने रिसीव नहीं की। लाइक अगर वो 14 नू ही रिसीव कर रहा है लाइक वो 13 नू ही रिसीव कर दिंदा है। वाई जिहड़ा है वाई ने वालों 13 नू ही रिसीव कर ली गई ऑफर की लेटर एंड 13 नू ही उन्हें डिस्पैच कर दी। उस केस में वो रेवोकेट नहीं हो सकता। बट क्योंकि इस केस में की आ एक्स वालों जी 14 नू लेटर भेजी गई तो वाई वालों जी ऑफर की लेटर है वो 15 नू रिसीव की गई। इट मीनस रेवोकेशन की लेटर उन्होंने हले रिसीव नहीं हुई, उन्होंने रिसीव हुई ऑफर की लेटर। सो ऑफर कदों रेवोकेट मनिया जाएगा जो जोड़ा वा उन्हें एक्स वालों जी 14 अक्टूबर नू जी लेटर डिस्पैच कर दी। क्लियर? ये बच्चे केस सी ऑफर का केस कि ऑफर जोड़ा वा कदों तक जोड़ा वा रेवोकेट हो जाएगा। नैक्सट केस है एक्सेप्टेंस का। ओके एक्स वालों 12 नू ऑफर दिता गया, 14 नू रेवोकेट किया गया। वाई वालों 15 नू जिहड़ी है
ਉਹ ਲੈਟਰ ਜਿਹੜੀ ਆ ਆਫਰ ਵਾਲੀ ਲੈਟਰ ਰਿਸੀਵ ਕੀਤੀ ਗਈ 15 ਨੂੰ, ਤੇ 15 ਨੂੰ ਹੀ ਉਹਦੇ ਵੱਲੋਂ ਅਸੈਪਟੈਂਸ ਦੀ ਲੈਟਰ ਜਿਹੜੀ ਆ ਭੇਜੀ ਗਈ, ਜਿਹੜੀ ਕਿ ਐਕਸ ਵੱਲੋਂ ਰਿਸੀਵ ਕੀਤੀ ਗਈ 18 ਨੂੰ। 18 ਨੂੰ ਜਿਹੜੀ ਆ ਉਹ ਐਕਸ ਵੱਲੋਂ ਰਿਸੀਵ ਕੀਤੀ ਗਈ, ਬਟ ਉਹ ਤੋਂ ਪਹਿਲਾਂ ਵਾਈ ਨੂੰ ਜਿਹੜੀ ਆ ਜਿਹੜੀ ਐਕਸ ਨੇ ਆਫਰ ਦੀ ਰੈਵੋਕੇਸ਼ਨ ਆਫ ਆਫਰ ਦੀ ਲੈਟਰ ਸੀ ਜਿਹੜੀ 14 ਨੂੰ ਪਾਈ ਗਈ ਸੀ, ਉਹ 17 ਨੂੰ ਜਿਹੜਾ ਵਾ ਉਹ ਵਾਈ ਵੱਲੋਂ ਰਿਸੀਵ ਕਰ ਲਈ ਗਈ। ਇਟ ਮੀਨਸ ਰੈਵੋਕੇਸ਼ਨ ਆਫ ਅਸੈਪਟੈਂਸ ਜਿਹੜੀ ਆ ਉਹ ਕਦੋਂ ਮੰਨੀ ਜਾਏਗੀ, ਜਦੋਂ ਜਿਹੜਾ ਵਾ ਉਹ ਵਾਈ ਵੱਲੋਂ ਜਿਹੜਾ ਵਾ ਉਹ ਲੈਟਰ ਭੇਜ ਦਿੱਤੀ ਗਈ ਹੈ ਰਿਗਾਰਡਿੰਗ ਦਾ ਰੈਵੋਕੇਸ਼ਨ ਆਫ ਅਸੈਪਟੈਂਸ। ਕਲੀਅਰ ਬੱਚੇ? ਅਗਰ ਇਹਨੂੰ ਰਿਪੀਟ ਕਰਾਂ ਮੈਂ ਤਾਂ ਕਿ ਤੁਹਾਨੂੰ ਸਿੰਪਲੀਫਾਈ ਤਰੀਕੇ ਨਾਲ ਸਮਝਾਇਆ ਜਾ ਸਕੇ। ਐਕਸ ਨੇ ਰੈਵੋਕੇਸ਼ਨ ਕਰਨੀ ਆ ਆਫਰ ਦੀ, ਠੀਕ ਹੈ। ਉਹਨੇ ਆਫਰ ਦਿੱਤਾ 12 ਅਕਤੂਬਰ ਨੂੰ, ਠੀਕ ਹੈ, ਅਤੇ ਲੈਟਰ ਉਹਨੇ ਰੈਵੋਕੇਸ਼ਨ ਦੀ ਪਾਈ 14 ਨੂੰ। ਓਕੇ, ਸੋ ਫਰੋਮ ਐਕਸ ਪੁਆਇੰਟ ਆਫ ਵਿਊ ਰੈਵੋਕੇਸ਼ਨ ਕਦੋਂ ਹੋਈ ਆ? 14 ਨੂੰ ਹੋਈ ਆ। ਵਾਈ ਦੇ ਪੁਆਇੰਟ ਆਫ ਵਿਊ ਨੂੰ ਉਹ ਜਿਹੜੀ ਰੈਵੋਕੇਸ਼ਨ ਹੋਈ ਆ ਉਹ ਹੋਈ ਆ 17 ਨੂੰ। ਕਿਉਂ 17 ਨੂੰ ਹੋਈ ਆ? ਕਿਉਂਕਿ ਉਹਨੂੰ ਜਿਹੜੀ ਲੈਟਰ ਰਿਸੀਵ ਹੋਈ ਆ ਉਹ 17 ਨੂੰ ਹੋਈ ਹੈ। ਕਲੀਅਰ ਹੋ ਗਿਆ? ਸੋ ਆਫਰ ਜਿਹੜਾ ਵਾ, ਅਗਰ ਆਫਰ ਦੀ ਕਮਿਊਨੀਕੇਸ਼ਨ ਦੀ ਗੱਲ ਕਰੀਏ ਤਾਂ ਆਫਰ ਉਦੋਂ ਕਦੋਂ ਕਮਿਊਨੀਕੇਟ ਹੁੰਦਾ? ਜਦੋਂ ਕਿ ਉਹ ਜਿਹਨੂੰ ਆਫਰ ਕੀਤਾ ਗਿਆ, ਲਾਈਕ ਇਸ ਕੇਸ ਵਿੱਚ ਵਾਈ, ਉਹਦੀ ਨੌਲੇਜ ਆ ਜਾਂਦਾ। ਅਤੇ ਅਸੈਪਟੈਂਸ ਕਦੋਂ? ਜਦੋਂ ਜਿਹਨੇ ਆਫਰ ਦਿੱਤਾ ਹੈ ਉਹਦੀ ਨੌਲੇਜ ਅਸੈਪਟੈਂਸ ਜਿਹੜੀ ਆ ਜਾਏ। ਅਤੇ ਰੈਵੋਕੇਸ਼ਨ ਜਿਹੜੀ ਹੈ, ਰੈਵੋਕੇਸ਼ਨ ਦੀਆਂ ਡੇਟਸ ਅਲੱਗ-ਅਲੱਗ ਹੋਣਗੀਆਂ। ਰੈਵੋਕੇਸ਼ਨ ਐਕਸ ਵੱਲੋਂ ਜਿਹੜੀ ਹੈ 14 ਨੂੰ ਕੰਸੀਡਰ ਹੋਏਗੀ, ਅਤੇ ਵਾਈ ਵੱਲੋਂ ਜਿਹੜੀ ਆ ਉਹ 17 ਨੂੰ ਜਿਹੜੀ ਆ ਉਹ ਰੈਵੋਕੇਸ਼ਨ ਆਫ ਆਫਰ ਜਿਹੜੀ ਆ ਜਾਂ ਰੈਵੋਕੇਸ਼ਨ ਆਫ ਅਸੈਪਟੈਂਸ ਜਿਹੜੀ ਆ ਉਹ ਮੰਨੀ ਜਾਏਗੀ। ਕਲੀਅਰ? ਸੋ ਨੈਕਸਟ ਬੱਚੇ, ਰੈਵੋਕੇਸ਼ਨ ਆਫ ਆਫਰ ਐਂਡ ਅਸੈਪਟੈਂਸ, ਫਿਰ ਇਹਨੂੰ ਐਕਸਪਲੇਨ ਕੀਤਾ ਗਿਆ ਹੈ ਸੈਕਸ਼ਨ 5 ਵਿੱਚ। Revocation means taking back or withdrawal of offer and acceptance. A proposal may be revoked at any time before the communication of its acceptance is complete. ठीक है, ऑफर ਨੂੰ ਕਿਸੇ ਵੀ ਟਾਈਮ ਜਿਹੜਾ ਵਾ ਅਸੀਂ ਰੈਵੋਕੇਟ ਕਰ ਸਕਦੇ ਹਾਂ ਬਿਫੋਰ ਇਟਸ ਅਸੈਪਟੈਂਸ ਬਾਏ ਦਾ ਅਨਦਰ ਪਾਰਟੀ, ਉਹਦੀ ਅਸੈਪਟੈਂਸ ਮਿਲਣ ਤੋਂ ਪਹਿਲਾਂ। ਠੀਕ ਹੈ, ਨਾਟ ਆਫਟਰਵਰਡਸ, ਉਹ ਤੋਂ ਬਾਅਦ ਅਸੀਂ ਨਹੀਂ ਜਿਹੜਾ ਵਾ ਉਹਨੂੰ ਆਫਰ ਨੂੰ ਰਿਵੋਕ ਨਹੀਂ ਕਰ ਸਕਦੇ। ਸਿਮਿਲਰਲੀ acceptance may be revoked at any time before the communication of the acceptance is complete as against the acceptor but not afterwards। ठीक है, acceptance ਵੀ ਜਿਹੜੀ ਆ ਉਹ ਅਸੀਂ ਤਦ ਤੱਕ ਰਿਵੋਕ ਕਰ ਸਕਦੇ ਹਾਂ ਜਦੋਂ ਤੱਕ ਜਿਹੜਾ ਵਾ ਉਹਨੂੰ ਕਮਿਊਨੀਕੇਟ ਨਹੀਂ ਕੀਤਾ ਗਿਆ। ਕਮਿਊਨੀਕੇਸ਼ਨ ਜਿਹੜੀ ਆ ਉਹ ਆਫਰਰ ਦੇ ਨਾਲ ਨਹੀਂ ਹੋਈ, ਜਿਹਨੇ ਪ੍ਰਪੋਜ਼ ਕੀਤਾ ਉਹਨੂੰ ਉਸ ਆਫਰ ਨੂੰ ਉਹਦੇ ਨਾਲ ਕਮਿਊਨੀਕੇਟ ਜਦੋਂ ਤੱਕ ਨਹੀਂ ਕੀਤਾ ਗਿਆ ਅਸੀਂ ਐਕਸੈਪਟੈਂਸ ਜਿਹੜੀ ਹੈ ਰਿਵੋਕ ਕਰ ਸਕਦੇ ਹਾਂ। ਕਲੀਅਰ? ਸੋ ਇੱਕ ਐਗਜ਼ਾਮਪਲ ਵੀ ਹੈ ਬੱਚੇ, ਏ ਪ੍ਰਪੋਜ਼ਸ ਬਾਏ ਲੈਟਰ ਸੈਂਟ ਬਾਏ ਪੋਸਟ ਟੂ ਸੈਲ ਹਿਜ਼ ਹਾਊਸ ਟੂ ਬੀ। ਏ ਨੇ ਪ੍ਰਪੋਜ਼ ਕੀਤਾ, ਏ ਨੇ ਆਫਰ ਦਿੱਤਾ ਬੀ ਨੂੰ ਕਿ ਉਹ ਆਪਣਾ ਘਰ ਜਿਹੜਾ ਵਾ ਉਹ ਸੈਲ ਕਰਨਾ ਚਾਹੁੰਦਾ ਟੂ ਬੀ। ਉਹਨੇ ਬਾਏ ਲੈਟਰ ਜਿਹੜੀ ਹੈ ਪੋਸਟ ਭੇਜੀ। ਬੀ ਐਕਸੈਪਟ ਦਾ ਪ੍ਰਪੋਜ਼ਲ ਬਾਏ ਸੈਂਡ ਦਾ ਲੈਟਰ। ਬੀ ਨੇ ਵੀ ਸਿਮਿਲਰਲੀ ਉਹਨੂੰ ਉਹਦੀ ਐਕਸੈਪਟੈਂਸ ਦੇਣ ਵਾਸਤੇ ਜਿਹੜਾ ਵਾ ਇੱਕ ਲੈਟਰ ਜਿਹੜੀ ਹੈ ਸੈਂਡ ਕੀਤੀ। ਹੁਣ ਇਹ ਜਿਹੜਾ ਵਾ ਉਹ ਏ ਮੇ ਰਿਵੋਕ ਹਿਜ਼ ਪ੍ਰਪੋਜ਼ਲ ਐਟ ਐਨੀ ਟਾਈਮ ਬਿਫੋਰ ਔਰ ਐਟ ਦਾ ਮੂਮੈਂਟ ਵੈਨ ਦਾ ਬੀ ਪੋਸਟ ਹਿਜ਼ ਲੈਟਰ ਆਫ ਅਸੈਪਟੈਂਸ। ਇਹ ਜਿਹੜਾ ਵਾ ਆਪਣਾ ਆਫਰ ਕਿਸੇ ਵੀ ਟਾਈਮ ਜਿਹੜਾ ਰਿਵੋਕ ਕਰ ਸਕਦਾ ਵਾ, ਬਟ ਦੈਟ ਟਾਈਮ ਸ਼ੁੱਡ ਬੀ ਬਿਫੋਰ ਦਾ ਅਸੈਪਟੈਂਸ ਗਿਵਨ ਬਾਏ ਦਾ ਬੀ। ਅਗਰ ਬੀ ਦੀ ਜਿਹੜੀ ਅਸੈਪਟੈਂਸ ਲੈਟਰ ਆ ਉਹ ਏ ਕੋ ਪਹਿਲਾਂ ਪਹੁੰਚ ਜਾਂਦੀ ਹੈ, ਜਦੋਂ ਕਿ ਏ ਵੱਲੋਂ ਜਿਹੜਾ ਵਾ ਉਹ ਰਿਵੋਕ ਵਾਲੀ ਜਿਹੜੀ ਲੈਟਰ ਹੈ ਉਹ ਨਹੀਂ ਪਹੁੰਚ ਪਾਉਂਦੀ ਬੀ ਕੋ, ਅਤੇ ਉਸ ਕੇਸ ਵਿੱਚ ਜਿਹੜਾ ਵਾ ਉਹ ਉਸ ਪ੍ਰਪੋਜ਼ਲ ਨੂੰ ਰਿਵੋਕਡ ਨਹੀਂ ਮੰਨਿਆ ਜਾਏਗਾ। ਇਟ ਮੀਨਸ ਉਹਦੀ ਲੈਟਰ ਜਿਹੜੀ ਏ ਦੀ ਲੈਟਰ ਰੈਵੋਕੇਸ਼ਨ ਵਾਲੀ ਆਫਰ ਦੀ ਲੈਟਰ ਜਿਹੜੀ ਉਹ ਪਹਿਲਾਂ ਬੀ ਕੋ ਪਹੁੰਚਣੀ ਚਾਹੀਦੀ ਆ ਬਿਫੋਰ ਕਿ ਉਹਦੀ ਅਸੈਪਟੈਂਸ ਬੀ ਦੀ ਅਸੈਪਟੈਂਸ ਦੀ ਲੈਟਰ ਜਿਹੜੀ ਆ ਉਹਦੇ ਕੋਲ ਪਹੁੰਚੇ। ਕਲੀਅਰ? ਸਿਮਿਲਰਲੀ B may revoke his acceptance at any time before or at the moment when the letter communicating it reaches A. Similarly, B ਦੀ ਅਗਰ B ਚਾਹੁੰਦਾ ਵਾ ਕਿ ਉਹਦੀ ਐਕਸੈਪਟੈਂਸ ਦੀ ਲੈਟਰ ਜਿਹੜੀ ਹੈ ਰਿਵੋਕ ਹੋ ਜੇ, ਉਸ ਕੇਸ ਵਿੱਚ ਵੀ ਜਿਹੜਾ ਵਾ B ਦੀ ਲੈਟਰ ਜਿਹੜੀ ਆ ਉਹ A ਕੋ ਪਹਿਲਾਂ ਪਹੁੰਚਣੀ ਚਾਹੀਦੀ ਆ ਉਹਦੀ ਰੈਵੋਕੇਸ਼ਨ ਆਫ ਅਸੈਪਟੈਂਸ ਦੀ ਲੈਟਰ। ਕਲੀਅਰ? ਬਿਫੋਰ ਉਹਦੀ ਅਸੈਪਟੈਂਸ ਦੀ ਲੈਟਰ ਤੋਂ ਉਹਦੀ ਰੈਵੋਕੇਸ਼ਨ ਦੀ ਲੈਟਰ ਜਿਹੜੀ ਆ ਉਹਨੂੰ ਉਹ ਪਹਿਲਾਂ ਪਹੁੰਚਣੀ ਚਾਹੀਦੀ ਹੈ। ਕਲੀਅਰ? ਸੋ ਇਹ ਬੱਚੇ ਡਿਸਕਸ ਕੀਤਾ ਅਸੀਂ ਰੈਵੋਕੇਸ਼ਨ ਦਾ ਮਤਲਬ ਕਿੰਨਾ ਰੱਦ ਕਰਨਾ, ਕਦੋਂ ਅਸੀਂ ਆਫਰ ਰੱਦ ਕਰ ਸਕਦੇ ਹਾਂ, ਕਦੋਂ ਅਸੀਂ ਅਸੈਪਟੈਂਸ ਨੂੰ ਰੱਦ ਕਰ ਸਕਦੇ ਹਾਂ, ਹਾਊ ਮਚ ਰੈਵੋਕੇਸ਼ਨ ਟਾਈਮਿੰਗ ਇਜ਼ ਇੰਪੋਰਟੈਂਟ, ਇਹ ਡਿਸਕਸ ਕੀਤਾ। ਕਲੀਅਰ? ਨਾਓ
हाउ द रेवोकेशन इज़ मेड, वट आर द डिफरेंट मोड्स, किहड़े डिफरेंट तरीके ने जिन्हां दे थ्रू कि असीं रेवोकेशन जिहड़ी आ ऑफर जां एक्सेप्टेंस की जिहड़ी आ कर सकते हैं। ये सैक्शन 6 में डिस्कस किया गया है। फर्स्ट पॉइंट है बाय द कम्युनिकेशन ऑफ द नोटिस ऑफ रेवोकेशन। अगर एक पार्टी जिहड़ी आ दूजे परसन नूं जिहड़ा वा वो नोटिस दे दिंदी है, ठीक है, उस केस में रेवोकेशन जिहड़ी आ वो मनी जाएगी। क्लियर, लाइक जिदा आप एग्जाम्पल जी डिस्कस की सी सेम एग्जाम्पल है बाय द कम्युनिकेशन ऑफ द नोटिस ऑफ रेवोकेशन बाय द प्रपोजर टू द अदर पार्टी द ऑफर और मे रिवोक हिज प्रपोजल एट एनी टाइम बिफोर द लेटर ऑफ एक्सेप्टेंस इज पोस्टेड टू हिम एंड नॉट आफ्टरवर्ड्स। सिमिलरली acceptance can be revoked any time before the letter of acceptance is received by the offerer। clear, नेक्स्ट पॉइंट है बच्चे बाय लैप्स ऑफ टाइम। नेक्स्ट पॉइंट है बच्चे बाय लैप्स ऑफ टाइम prescribed in such proposal for its acceptance, or if no time is so prescribed by the lapse of reasonable time without the communication of acceptance. What is the reasonable of time is the question of the fact in each case. By the lapse of time means like let's take an example like A is the offerer and B is the offeree. A offer to sell any property to the B till 5th September 2021. It means B has the time till 5th September 2029 to give his valid acceptance, otherwise the offer is revocated। clear, ए वालों जो ऑफर दिता गया सी वो सिर्फ वैलिड हैगा सी 5 सितंबर तक, बट बी वालों जी अपनी एक्सेप्टेंस नहीं दी गई। सो उस टाइम के लैप्स होने तो बाद जोड़ा मतलब 5 सितंबर तो बाद जोड़ा वा वो ऑफर जोड़ा वा वो लैप्स हो जाएगा, मीनस लैप्स ड्यू टू द टाइम। ओके, रेवोकेशन मनी जाएगी, रेवोकेट हो जाएगा ऑफर, हूँ वो जोड़ा वा एग्जिस्ट नहीं करेगा। क्लियर, by the failure of the acceptor to fulfill a condition precedent to the acceptance। अगर ऑफर वालों कोई कंडीशन रखी गई है टू द एक्सेप्टर टू द ऑफरी तो जोड़ा एक्सेप्टेंस देने वाला है वो अपनी उस कंडीशन नूं जिहड़ा वा वो पूरा नहीं करते हैं, तो उस केस विच भी जिहड़ा वा वो ऑफर नूं असीं रेवोकेट मनांगे। क्लियर, अगर इस केस विच ए वालों ऑफर दिता जा रहा है बी नूं बट कोई कंडीशन लगा दी जा रही है कि जी वो प्रॉपर्टी सेल होएगी उसकी पेमेंट जी ऑन द स्पॉट करनी पेगी, बट बी वालों ये कहा जाता वा कि आई कैन मेक द पेमेंट ऑन द स्पॉट बट इन इंस्टॉलमेंट्स, काइंडली गिव मी द टाइम ऑफ 1 year or 6 months। बट इन दिस केस बी इज़ नॉट agreed upon the payment side। इट मीनस कि ए वालों जड़ा वा फिर उस केस विच किया उस ऑफर नूं जिहड़ा रेवोकेट कर दिता जाएगा बिकॉज द कंडीशन दैट इज़ अटैच्ड विद दैट पर्टिकुलर ऑफर इज़ नॉट एक्सेप्टेड बाय द बी। क्लियर, नेक्स्ट है बाय द डेथ और इंसैनिटी ऑफ द प्रपोजल। क्लियरली अगर ऑफर जिन्हें ऑफर दिता है अगर वो डेथ हो जाती है जां किसी कारण वो अपना वह मैंटली वो परसन जो इनसेन हो जाता वा जां मैंटली वो रिटार्डेड हो जाता, उस केस विच भी जोड़ा वा वो उस ऑफर नूं जिहड़ा कि उन्हें अपनी उस सिचुएशन तो पहला दिता सी जां बिफोर डेथ दिता सी उसनूं रेवोकेट माना जाएगा। Clear, if the fact of the death or insanity comes to the knowledge of the acceptor before acceptance when an offeree writes an acceptance but dies before posting, the offer lapse and posting of the letter after his death will not create a contract। क्लियर, अगर ऑफर की डेथ हो जाती है जां ऑफरी की डेथ हो जाती है, ऑफर की डेथ हो जाती है बिफोर द कम्युनिकेशन ऑफ द ऑफर एंड सिमिलरली द डेथ ऑफ द ऑफरी बिफोर गिविंग द एक्सेप्टेंस, उन्होंने डेथ तो बाद एक्सेप्टेंस लैटर नूं सेंड करना, एक्सेप्टेंस नूं सेंड करना डैट इज़ नॉट वैलिड। उस केस में जोड़ा वा उस ऑफर नूं उस कॉन्ट्रैक्ट नूं जोड़ा वैलिड नहीं माना जाएगा। क्लियर, नेक्स्ट पॉइंट ऑफ द काउंटर ऑफर इज़ मेड टू इट। काउंटर ऑफर का बच्चे मतलब होंदा वा ऑफर वालों ऑफर वालों एक ऑफर दिता गया, एक प्रपोजल दिता गया, दूजे परसन ने अपनी एक कंडीशन लगा के उन्होंने एक काउंटर ऑफर दे। क्लियर, लाइक इस एग्जाम्पल में असीं जी प्रीवियस एग्जाम्पल डिस्कस की है ए वालों जोड़ा सी उन्होंने प्रपोजल दिता गया टू द बी बट बी ने उन्होंने काउंटर ऑफर की कर दिता, ए वालों कहा गया कि इमीडिएट कैश पेमेंट ओके ऑफ दैट प्रोडक्ट और एनी प्रॉपर्टी दैट इज़ दे आर गोइंग टू सेल, बट बी वालों काउंटर ऑफर की किया गया कि वो पेमेंट जी है इंस्टॉलमेंट्स करेगा।
ਉਹ ਉਹਦੀ ਪੇਮੈਂਟ ਇਮੀਡੀਏਟ ਨਹੀਂ ਕਰ ਸਕਦਾ, ਉਹਦੀ ਪੇਮੈਂਟ ਜਿਹੜੀ ਆ ਉਹ ਬਾਈ ਟੇਕਿੰਗ ਦਾ ਲੋਨ ਕਰੇਗਾ, ਕੈਸ਼ ਪੇਮੈਂਟ ਨਹੀਂ ਦੇਗਾ, ਚੈੱਕ ਪੇਮੈਂਟ ਦੇਗਾ। ਇਟ ਮੀਨਸ ਏ ਵੱਲੋਂ ਜਿਹੜੀ ਕੰਡੀਸ਼ਨ ਸੀ ਉਹਦੇ ਵੱਲੋਂ ਏ ਵੱਲੋਂ ਜਿਹੜਾ ਆਫਰ ਦਿੱਤਾ ਗਿਆ, ਬੀ ਵੱਲੋਂ ਉਹਦਾ ਕਾਊਂਟਰ ਆਫਰ ਕਰ ਦਿੱਤਾ ਗਿਆ ਡੈਟ ਆਈ ਐਮ ਗੋਇੰਗ ਟੂ ਅਸੈਪਟ ਯੂਰ ਆਫਰ ਬਟ the condition is that you have to accept my this offer. It means counter offer ਜਿਹੜਾ ਦਿੱਤਾ ਗਿਆ। When the offer is accepted with some modifications the terms of offer or with some condition not forming the part of the offer, such qualified acceptance amounts to counter offer. Clear? ਜਦੋਂ ਆਫਰ ਨੂੰ ਜਿਸ ਤਰੀਕੇ ਨਾਲ ਦਿੱਤਾ ਗਿਆ, ਜਿਹਨਾਂ ਟਰਮਸ ਐਂਡ ਕੰਡੀਸ਼ਨਸ ਨਾਲ ਦਿੱਤਾ ਗਿਆ, ਉਸੇ ਟਰਮਸ ਐਂਡ ਕੰਡੀਸ਼ਨਸ ਦੇ ਨਾਲ ਜਿਹੜਾ ਵਾ ਉਹਨੂੰ ਅਸੈਪਟ ਕੀਤਾ ਗਿਆ, ਉਸ ਕੇਸ ਵਿੱਚ ਕਾਊਂਟਰ ਆਫਰ ਨਹੀਂ ਮੰਨਾਂਗੇ। ਬਟ ਅਗਰ ਕਿਸੇ ਪਰਟੀਕੂਲਰ ਆਫਰ ਨੂੰ ਵਿਦ ਸਮ ਡਿਫਰੈਂਟ ਟਰਮਸ ਐਂਡ ਕੰਡੀਸ਼ਨਸ ਜਿਹੜੀਆਂ ਵਾ ਉਹ ਅਸੈਪਟ ਕੀਤਾ ਗਿਆ, ਇਟ ਮੀਨਸ ਦੈਟ ਇਜ਼ ਨਾਟ ਦ ਐਕਚੁਅਲ ਆਫਰ, ਦੈਟ ਇਜ਼ ਐਕਚੁਅਲੀ ਦ ਕਾਊਂਟਰ ਆਫਰ that is given by the another party. So in that case that offer is considered to be revocated. Clear? ਇਹਦੇ ਵਿੱਚ ਬੱਚੇ ਇੱਕ ਨਾ ਪੁਆਇੰਟ ਹੈ ਕੁਆਲੀਫਾਈਡ। ਕੁਆਲੀਫਾਈਡ ਦਾ ਮਤਲਬ ਮੈਂ ਤੁਹਾਨੂੰ ਪਹਿਲਾਂ ਵੀ ਡਿਸਕਸ ਕੀਤਾ ਸੀ। ਕੁਆਲੀਫਾਈਡ ਮਤਲਬ ਕੋਈ ਕੰਡੀਸ਼ਨ ਜਿਹੜੀ ਐਡ ਕਰ ਲੈਣੀ, ਕੋਈ ਕੰਡੀਸ਼ਨ, ਕੋਈ ਟਰਮ ਐਂਡ ਕੰਡੀਸ਼ਨ ਜਿਹੜੀ ਹੈ ਨਿਊ ਐਡ ਕਰ ਲੈਣੀ। ਕਲੀਅਰ? Next point, if an offer not accepted according to the prescribed or usual mode, the offerer gives a notice to the offeree within the reasonable time that acceptance is not according to the prescribed or usual mode of acceptance. अगर ऑफर वालों कोई ऑफर दिता गया जिदे बारे उन्हें रिटर्न च टर्म एंड कंडीशन लिखी कि इस बारे एक्सेप्टेंस जिहड़ी है रिटर्न च दी जाए, एक्सेप्टेंस जिहड़ी आ वो रिटर्न च दी जाए, बट ਜਿਹੜੀ ਦੂਜੀ ਪਾਰਟੀ ਆ ਉਹਨੇ ਐਕਸੈਪਟੈਂਸ ਜਿਹੜੀ ਆ ਉਹ ਜਸਟ ਬਾਏ ਵਰਡਸ ਦੇ ਦਿੱਤੀ, ਮਤਲਬ ਔਰਲੀ ਉਹ ਐਕਸੈਪਟੈਂਸ ਦੇ ਰਿਹਾ, ਉਹ ਰਿਟਨ 'ਚ ਐਕਸੈਪਟੈਂਸ ਨਹੀਂ ਦੇ ਰਿਹਾ। ਇਟ ਮੀਨਸ ਉਸ ਕੇਸ ਵਿੱਚ ਉਸ ਐਕਸੈਪਟੈਂਸ ਨੂੰ ਵੈਲਿਡ ਨਹੀਂ ਮੰਨਿਆ ਜਾਏਗਾ, ਬਿਕੋਜ਼ ਐਕਸੈਪਟੈਂਸ ਜਿਹੜੀ ਸੀ ਉਹ ਕਿਹੜਾ ਮੋਡ ਸੀ ਉਹਦਾ, ਐਕਸੈਪਟੈਂਸ ਲਈ ਜਿਹੜਾ ਵਾ ਆਫਰ ਨੇ ਕਿਹਾ ਸੀ ਕਿ ਉਹ ਮੋਡ ਹੋਣਾ ਚਾਹੀਦਾ ਰਿਟਨ ਮੋਡ, ਬਟ ਦੂਜੇ ਪਰਸਨ ਵੱਲੋਂ ਜਿਹੜਾ ਮੋਡ ਯੂਜ਼ ਕੀਤਾ ਗਿਆ ਦੈਟ ਇਜ਼ ਦ ਓਰਲ ਮੋਡ। ਇਟ ਮੀਨਸ ਇਨ ਦੈਟ ਕੇਸ ਦੈਟ ਆਫਰ ਇਜ਼ ਗੋਇੰਗ ਟੂ ਬੀ revocated. Clear? Next, an offer comes to an end if the law is changed. Very simple, अगर कोई law ही change हो गया उस केस में ਜਿਹੜਾ ਵਾ offer ਜਿਹੜਾ ਵਾ ਉਹ exist नहीं करेगा. Clear? Like इस केस ਵਿੱਚ ਅਸੀਂ ਜਿਹੜੀ example ਲੈ ਰਹੇ ਹਾਂ, ਆ ਦੋ persons ਨੇ, suppose A person belongs to Punjab, okay, and B person belongs to Shimla, okay. A ਦੀ ਕੋਈ ਪ੍ਰੋਪਰਟੀ ਹੈ ਪੰਜਾਬ ਵਿੱਚ ਜਿਹੜੀ ਕਿ ਉਹ B ਨੂੰ ਸੇਲ ਕਰਨਾ ਚਾਹੁੰਦਾ ਹੈ, ਓਕੇ। ਜਦੋਂ ਉਹਨੇ ਆਫਰ ਦਿੱਤਾ ਉਸ ਤੋਂ ਬਾਅਦ ਕੀ ਆ, ਲਾਅ ਚੇਂਜ ਹੋ ਗਿਆ। ਲਾਅ ਚੇਂਜ ਕੀ ਹੋਇਆ ਕਿ ਹੁਣ ਕੋਈ ਵੀ ਜਿਹੜਾ ਇੱਕ ਸਟੇਟ ਦਾ ਪਰਸਨ ਜਿਹੜਾ ਕਿ ਉੱਥੋਂ ਦਾ ਰੈਜ਼ੀਡੈਂਸ ਹੈਗਾ, ਉੱਥੋਂ ਦਾ ਪੱਕਾ ਨਿਵਾਸੀ ਹੈਗਾ, ਉਹ ਆਪਣੀ ਪ੍ਰੋਪਰਟੀ ਜਿਹੜੀ ਆ ਉਹ ਦੂਜੀ ਜਿਹੜੀ ਸਟੇਟ ਹੈਗੀ ਆ, ਓਕੇ, ਉਹਨੂੰ ਉੱਥੋਂ ਦੇ ਜਿਹੜਾ ਉੱਥੋਂ ਦਾ ਸਿਟੀਜ਼ਨ ਹੈਗਾ, ਉੱਥੋਂ ਦਾ ਜਿਹੜਾ ਨਾਗਰਿਕ ਹੈਗਾ ਉਹਨੂੰ ਨਹੀਂ ਸੇਲ ਕਰ ਸਕਦਾ। ਸੋ ਲਾਅ ਦੇ ਚੇਂਜ ਹੋਣ ਕਰਕੇ ਜਿਹੜਾ ਏ ਵੱਲੋਂ ਆਫਰ ਦਿੱਤਾ ਗਿਆ ਸੀ ਟੂ ਸੇਲ ਹਿਜ਼ ਪ੍ਰੋਪਰਟੀ ਡੈਟ ਬਿਲੋਂਗਸ ਟੂ ਪੰਜਾਬ ਟੂ ਦ ਬੀ ਹੂ ਬਿਲੋਂਗਸ ਟੂ ਦ ਸ਼ਿਮਲਾ ਇਜ਼ ਨਾਓ ਰੈਵੋਕੇਟਡ। ਇਹ ਜਿਹੜਾ ਆਫਰ ਅਸੀਂ ਰੈਵੋਕੇਟਡ ਮੰਨਾਂਗੇ ਬਿਕੋਜ਼ ਲਾਅ ਹੀ ਚੇਂਜ ਹੋ ਗਿਆ। ਕਲੀਅਰ? ਸੋ ਉਸ ਲਾਅ ਦੇ ਚੇਂਜ ਹੋਣ ਕਰਕੇ ਦ ਬੋਥ ਪਾਰਟੀਜ਼ ਵਿਲ ਬੀ ਇਨਕੈਪੇਬਲ ਟੂ ਪਰਫਾਰਮ ਹਿਜ਼ ਪਾਰਟ ਆਫ ਡਿਊਟੀਜ਼। ਕਲੀਅਰ? ਆਫਰ ਜਿਹੜਾ ਉਹਦਾ ਆਫਰ ਵੀ ਜਿਹੜਾ ਵੈਕੇਟਡ ਹੋ ਗਿਆ ਅਤੇ ਦੂਜਾ ਪਰਸਨ ਜਿਹੜਾ ਐਕਸੈਪਟੈਂਸ ਵੀ ਨਹੀਂ ਦੇ ਪਾਏਗਾ ਬਿਕੋਜ਼ ਲਾਅ ਇਜ਼ ਚੇਂਜਡ। ਆਈ ਹੋਪ ਬੱਚੇ ਤੁਹਾਨੂੰ ਅੱਜ ਵਾਲਾ ਲੈਕਚਰ ਜਿਹੜਾ ਕਲੀਅਰ ਹੋ ਚੁੱਕਿਆ ਹੋਏ, ਠੀਕ ਹੈ। ਵੀ ਹੈਵ ਡਿਸਕਸਡ ਕਮਿਊਨੀਕੇਸ਼ਨ, ਅਸੀਂ ਡਿਸਕਸ ਕੀਤੀ ਆ, ਉਸ ਆਫਰ ਐਕਸੈਪਟੈਂਸ ਨੂੰ ਅਸੀਂ ਰੈਵੋਕੇਟ ਕਦੋਂ ਕਰਨਾ ਹੈ, ਕਿੱਦਾਂ ਹੋਏਗਾ ਰੈਵੋਕੇਟ, ਡਿਫਰੈਂਟ ਮੋਡਸ ਕਿਹੜੇ ਨੇ, ਠੀਕ ਹੈ, ਉਹ ਅਸੀਂ ਡਿਸਕਸ ਕੀਤੇ। ਓਕੇ ਬੱਚੇ, ਥੈਂਕ ਯੂ।